ਵਿੱਚ ਜ਼ਰੂਰਤ ਆ ਉਹਦੇ ਅਨੁਸਾਰ ਅਸੀਂ ਸਾਰਾ ਹੀ ਯਤਨ ਕਰ ਰਹੇ ਹਾਂ ਕਿ ਕੋਈ ਨਾ ਕੋਈ ਬਚ ਜਾਵੇ। ਦੂਸਰਿਆਂ ਦੇ ਬਚਾਉਣ ਵਾਸਤੇ ਅਸੀਂ ਇਹ ਸਾਰਾ ਯਤਨ ਕਰਦੇ ਹਾਂ। ਤੇ ਕਿਰਪਾ ਕਿਹਨਾਂ ਦੀ ਆ? ਬਾਬਾ ਜੀ ਦੀ। ਬਾਬਾ ਜੀ ਇੱਥੇ ਦਵਾਈ ਦਿੰਦੇ ਹੁੰਦੇ ਸੀ, ਥੋੜ੍ਹੀ ਜਿਹੀ ਦੇਸੀ ਦਵਾਈ ਉਹਨਾਂ ਨੇ ਲਿਆਉਣੀ ਤੇ ਉਹ ਦਵਾਈ ਜੇ ਕਿਸੇ ਨੂੰ ਕੋਈ ਬਿਮਾਰੀ ਆ ਤਾਂ ਉਹਨਾਂ ਦਵਾਈ ਦੇ ਨਾਲ ਹੀ ਠੀਕ ਕਰ ਦਿੰਦੇ ਸੀ। ਕਈ ਵਾਰੀ ਅਸੀਂ ਦੇਖੇ ਰੋਂਦੇ ਇੱਥੇ ਆਏ ਲੋਕ, ਤੜਫਦੇ ਲੋਕ ਆਏ, ਗੱਡਿਆਂ ਦੇ ਪਾ ਕੇ ਲੋਕਾਂ ਨੂੰ ਲੈ ਕੇ ਆਏ, ਪਰ ਉਹਨਾਂ ਦਵਾਈ ਦਿੱਤੀ। ਇਹ ਦੋਵੇਂ ਡੇਰੇ ਜਿਹੜੇ ਹੈਗੇ ਸਾਰੇ ਦਵਾਈ ਦਿੰਦੇ ਸੀ। ਅੱਜ ਦੋਹਾਂ ਡੇਰਿਆਂ ਦੇ ਹੌਸਪੀਟਲ ਆ। ਦੇਖਿਆ ਜਾਵੇ ਵਿਚਾਰ ਦੇ ਨਾਲ, ਜੇ ਬਾਬਾ ਜੀ ਨੇ ਤੁਹਾਨੂੰ ਦਵਾਈਆਂ ਦਿੱਤੀਆਂ, ਲੋਕਾਂ ਨੂੰ ਦਵਾਈਆਂ ਦਿੱਤੀਆਂ, ਰਾਜੀ ਕੀਤੇ, ਤੇ ਬਾਬਾ ਜੀ ਦੇ ਨਾਮ 'ਤੇ ਅੱਜ ਉਹਨਾਂ ਦੇ ਨਾਮਾਂ 'ਤੇ ਹੌਸਪੀਟਲ, ਸੰਤ ਸਰਬਨਦਾਸ ਹੌਸਪੀਟਲ, ਸੰਤ ਬਾਬਾ ਪ੍ਰੀਤਮ ਦਾਸ ਹੌਸਪੀਟਲ, ਦੋ ਹੌਸਪੀਟਲ ਦਿੱਤੇ। ਔਰ ਜੇ ਬਾਬਾ ਜੀ ਪੜ੍ਹਾਉਂਦੇ ਸੀ ਇੱਥੇ, ਉਹਨਾਂ ਨੇ ਰੇਤਾ ਵਿਛਾਲਾ ਨਹੀਂ, ਰੇਤਾ ਹੁੰਦੀ ਸੀ ਜਿਸ ਵੇਲੇ ਬਾਬਾ ਜੀ ਇੱਥੇ ਆਏ ਨਾ, ਅੱਕੜੇ ਹੁੰਦੇ ਸੀ, ਰੇਤਾ ਹੁੰਦੀ ਸੀ, ਬੇਰੀਆਂ ਹੁੰਦੀਆਂ ਸੀ, ਔਰ ਕੰਡੇ ਪੈਰਾਂ ਵਿੱਚ ਲੱਗਣੇ ਤੇ ਉਹ ਕੰਡੇ ਸਾਫ਼ ਕਰਨੇ। ਜੇ ਕਿਤੇ ਅਸੀਂ ਉਹ ਦਰਖਤ ਦੇ ਕਿਤੇ ਡਾੜੀ ਕੱਟ ਦੇਣੀ ਤੇ ਜ਼ਿਮੀਂਦਾਰਾਂ ਨੇ ਆ ਕੇ ਦਬ ਕੇ ਮਾਰਨੇ, ਓਏ ਬਾਬਾ ਤੈਨੂੰ ਪਤਾ ਨਹੀਂ ਤੂੰ ਕੀ ਕਰ ਰਿਹਾ, ਬੜੇ ਔਖੇ ਦਰਖਤ ਲਾਏ ਆ। ਤੇ ਬਾਬਾ ਜੀ ਦਾ ਮਾਣ ਅਪਮਾਨ ਕਰਨਾ, ਕਹਿਣਾ ਤੈਨੂੰ ਪਤਾ ਨਹੀਂ ਤੂੰ ਕਿਹੜੇ ਹੱਥੀਂ ਲਾਏ ਆ। ਤੇ ਉਹ ਬਾਬਾ ਜੀ ਨੇ ਕਹਿਣਾ ਕੋਈ ਨਹੀਂ, ਮੈਂ ਝਾੜੂ ਫੇਰ ਕੇ ਜਿਸ ਵੇਲੇ ਬਾਹਰ ਕੂੜਾ ਵਗੈਰਾ ਸਿੱਟਣ ਜਾਣਾ ਤੇ ਸਾਨੂੰ ਉਹ ਜ਼ਿਮੀਂਦਾਰਾਂ ਨੇ, ਈਸਪੁਰ ਦੇ ਇੱਥੇ ਉਹਨਾਂ ਦਾ ਖੇਤ ਹੁੰਦਾ ਸੀ, ਈਸਪੁਰ ਦੇ ਜ਼ਿਮੀਂਦਾਰਾਂ ਦਾ, ਤੇ ਉਹਨਾਂ ਨੇ ਬਾਬਾ ਜੀ ਦੇ ਕੋਲ ਅਲਮਾ ਲੈ ਕੇ ਆਉਣਾ, ਕਹਿਣਾ ਆਹ ਮੁੰਡਾ ਜਿਹੜਾ ਨਾ ਤੁਹਾਡਾ, ਇਹ ਝਾੜੂ ਫੇਰ ਕੇ ਸਾਡੇ ਖੇਤਾਂ ਵਿੱਚ ਪੱਤੇ ਪੁੱਤੇ ਛੱਡ ਦਿੰਦਾ। ਹਾਲਾਂਕਿ ਪੱਤਿਆਂ ਦੀ ਜ਼ਰੂਰਤ ਆ, ਪੱਤਿਆਂ ਦੀ ਜੋ ਖਾਦ ਬਣਦੀ ਆ ਔਰ ਤਾਕਤ ਮਿਲਦੀ ਫਸਲ ਨੂੰ, ਪਰ ਉਹਨਾਂ ਨੇ ਲੜਨਾ ਉਸ ਵੇਲੇ। ਤੇ ਬਾਬਾ ਜੀ ਨੇ ਇੱਥੇ ਰੇਤਾ ਵਿਛਾਲਾ ਨਹੀਂ ਤੇ ਬਜ਼ੁਰਗਾਂ ਨੂੰ ਔਰ ਹੋਰ ਲੋਕਾਂ ਨੂੰ ਇਕੱਠੇ ਕਰਕੇ ਤੇ ਰੇਤਾ ਵਿਛਾ ਕੇ ਉਹਨੂੰ ਪੰਜਾਬੀ ਸਿਖਾਉਂਦੇ ਰਹੇ। ਬੀਬੀ ਜਵਾਲੀ ਜੀ ਈਸਪੁਰ ਤੋਂ, ਉਹ ਮਾਤਾ ਜੀ ਸੀ, ਉਹਨਾਂ ਨੇ ਆਪਣੇ ਬੱਚੀਆਂ ਨੂੰ ਨਾਲ ਲੈ ਕੇ ਆਉਣਾ ਤੇ ਉਹਨਾਂ ਨੇ ਕਹਿਣਾ ਬਾਬਾ ਜੀ ਸਾਨੂੰ ਪੰਜਾਬੀ ਪੜ੍ਹਾਓ। ਤੇ ਜੇ ਇੱਥੇ ਬਾਬਾ ਜੀ ਦਾ ਬੇਲ ਨਹੀਂ ਤਾਂ ਬੱਲਾ ਚਲੇ ਜਾਣਾ, ਬੱਲਾ ਬੇਲ ਨਹੀਂ ਤਾਂ ਇੱਥੇ ਆ ਜਾਣਾ। ਪੰਜਾਬੀ ਸਿੱਖਣੀ, ਗੁਰੂ ਗ੍ਰੰਥ ਸਾਹਿਬ ਸਿੱਖਣਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਣੀ, ਰੇਤਾ 'ਤੇ 35 ਅੱਖਰ ਲਿਖਣੀ, ਮਿਟਾ ਦੇਣੀ। ਰੇਤਾ ਦੇ ਤੁਸੀਂ ਲਿਖਦੇ ਹੋ, ਕੋਈ ਤੁਹਾਨੂੰ ਪਰੇਸ਼ਾਨੀ ਨਹੀਂ, ਨਾ ਤਾਂ ਤੁਹਾਨੂੰ ਫੱਟੀ ਲਿਆਉਣੀ ਪੈਣੀ ਹੈ, ਨਾ ਤੁਹਾਨੂੰ ਸਿਆਹੀ ਲਿਆਉਣੀ ਪੈਣੀ ਹੈ। ਤੇ ਉਹਨਾਂ ਨੇ ਰੇਤਾ ਵਿਛਾ ਦੇਣੀ, ਰੇਤਾ ਦੇ ਉੱਤੇ ਊੜਾ ਆੜਾ ਵਗੈਰਾ ਲਿਖਣਾ, ਤੇ ਉਹ ਪੰਜਾਬੀ ਸਿਖਾਉਣੀ ਬਾਬਾ ਜੀ ਨੇ। ਤੇ ਅੱਜ ਜੇ ਉਹ ਬਾਬਾ ਜੀ ਨੇ ਕੰਮ ਸ਼ੁਰੂ ਕੀਤਾ ਸੀ, ਪੰਜਾਬੀ ਸਿਖਾਈ, ਤੇ ਅੱਜ ਬਾਬਾ ਜੀ ਨੂੰ ਸਕੂਲ ਉਹਨਾਂ ਦੇ ਨਾਮ 'ਤੇ ਸਕੂਲ ਚੱਲ ਰਹੇ ਆ। ਜੇ ਦਵਾਈਆਂ ਦਿੱਤੀਆਂ ਤੇ ਹੌਸਪੀਟਲ ਚੱਲ ਰਹੇ ਆ। ਜੇ ਉਹਨਾਂ ਨੇ ਪੰਜਾਬੀ ਪੜ੍ਹਾਈ, ਬੱਚਿਆਂ ਨੂੰ ਪੜ੍ਹਾਈ, ਬਜ਼ੁਰਗਾਂ ਨੂੰ ਪੜ੍ਹਾਈ, ਆਸੇ ਪਾਸੇ ਦੂਰ ਤੱਕ ਉਹਨਾਂ ਨੇ ਪੜ੍ਹਾਈ ਵਿੱਦਿਆ। ਉਹ ਕਿੱਥੇ ਚਮਿਆਰਾ ਸੁੰਦਰ ਸਿੰਘ ਉੱਥੇ ਦੇ ਹੁੰਦੇ ਸੀ, ਉਹਨਾਂ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਸਤੇ ਆਉਣਾ। ਬਾਬਾ ਜੀ ਕਹਿਣਾ ਮੈਨੂੰ ਸੰਥਿਆ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਉਹਨਾਂ ਨੇ ਸੰਥਿਆ ਦੇਣੀ ਤੇ ਉਹਨਾਂ ਨੂੰ ਪੜ੍ਹਾਉਣਾ ਗੁਰੂ ਗ੍ਰੰਥ ਸਾਹਿਬ। ਤੇ ਮੈਂ ਬਾਬਾ ਜੀ ਨੂੰ ਕਹਿਣਾ, ਮੈਂ ਕਿਹਾ ਤੁਸੀਂ ਤਾਂ ਇਹਨਾਂ ਵਿੱਚ ਹੀ ਲੱਗੇ ਰਹਿੰਦੇ ਆ ਤੇ ਕੰਮ ਹੋਰ ਸਾਰੇ ਰੁਕ ਜਾਂਦੇ ਆ। ਕਹਿਣ ਲੱਗੇ ਨਹੀਂ, ਇਹ ਵੀ ਸਾਡਾ ਕੰਮ ਆ। ਤੇ ਉਹਨਾਂ ਨੇ ਪੰਜਾਬੀ ਪੜ੍ਹਾਈ ਤੇ ਅੱਜ ਉਹਨਾਂ ਦੇ ਨਾਮ 'ਤੇ ਸਕੂਲ ਚੱਲ ਰਹੇ ਆ, ਅੱਜ ਉਹਨਾਂ ਦੇ ਨਾਮ 'ਤੇ ਹੌਸਪੀਟਲ ਚੱਲ ਰਹੇ ਆ, ਕਿਉਂਕਿ ਉਹਨਾਂ ਨੇ ਸੇਵਾ ਕੀਤੀ। ਸਫਲ ਹੈ ਜਿਸ ਸਤਿਗੁਰ ਕਾ ਮਨ ਮੰਨੇ, ਤੋ ਸਤਿਗੁਰ ਕਾ ਮਨ ਮੰਨਿਆ ਸਭ ਪਾਪ ਪਟੰਬਰ ਭੰਨੇ। ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਥੇ ਕੰਡੇ ਸੀ, ਜਿੱਥੇ ਫਲਾਹ ਸੀ, ਜਿੱਥੇ ਪੈਰਾਂ ਵਿੱਚ ਕੰਡੇ ਲੱਗਦੇ ਸੀ ਔਰ ਇੱਥੇ ਬੈਠਣ ਨੂੰ ਜਗ੍ਹਾ ਨਹੀਂ ਸੀ, ਅੱਕੜੇ ਸੀ, ਫਨੀਅਰ ਸੱਪ ਬਾਬਾ ਜੀ ਦੇ ਜਿਸ ਵੇਲੇ ਮਹਾਰਾਜ ਨੇ ਇੱਥੇ ਆਸਣ ਲਗਾਇਆ 1950 ਦੇ ਵਿੱਚ, ਤਾਂ ਮਹਾਰਾਜ ਨੇ ਇੱਥੇ ਛੋਟਾ ਜਿਹਾ ਕਮਰਾ, ਉਹਦੇ ਉੱਪਰ ਕਾਨੇ ਪਾਏ ਹੋਏ। ਤਾਂ ਕਾਨੇ ਬਾਬਾ ਜੀ ਨੇ ਜਿਸ ਵੇਲੇ ਦੇਖਿਆ ਤੇ ਸਾਰੇ ਨਗਰ ਦੇ ਜੋ ਪਤਵੰਤੇ ਸੱਜਣ ਸੀ ਉਸ ਵੇਲੇ ਬਾਬਾ ਜੀ ਨੂੰ ਇੱਥੇ ਲੈ ਕੇ ਆਏ ਤੇ ਬਾਬਾ ਜੀ ਨੇ ਆਸਣ ਲਗਾ ਲਿਆ ਤੇ ਮੰਜਾ ਵਗੈਰਾ ਦਿੱਤਾ। ਜਿਸ ਵੇਲੇ ਰਾਤ ਕੱਟੀ ਤੇ ਉਹ ਸਾਰੀ ਵਿੱਚੋਂ ਮਿੱਟੀ ਡਿੱਗ ਕੇ ਬਾਬਾ ਜੀ ਦੇ ਬਿਸਤਰੇ 'ਤੇ ਡਿੱਗੇ। ਮਿੱਟੀ ਵਿੱਚੋਂ ਨਾ, ਉਹ ਜਿਹੜੀ ਛੱਪਰੀ ਸੀ ਨਾ ਬਣੀ ਹੋਈ ਕਾਨਿਆਂ ਦੀ, ਉਹਦੇ ਵਿੱਚੋਂ ਸੇਕ ਲੱਗੀ ਹੋਈ, ਉਹਦੇ ਵਿੱਚੋਂ ਮਿੱਟੀ ਡਿੱਗੀ। ਮਿੱਟੀ ਡਿੱਗ ਕੇ ਤੇ ਉਹਨਾਂ ਨੇ ਉਹਨਾਂ ਦਾ ਬਿਸਤਰਾ ਖਰਾਬ ਕਰਤਾ ਔਰ ਬਿਸਤਰਾ ਸਵੇਰੇ ਝਾੜਿਆ ਤਾਂ ਸਾਰੀ ਮਿੱਟੀ ਬਾਬਾ ਜੀ ਦੇ ਸਰੀਰ ਨੂੰ ਲੱਗੀ ਹੋਈ। ਉਹਨਾਂ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਤੇ ਉਹਨੂੰ ਫਿਰ ਬੁਲਾਇਆ, ਜਿਹਨੇ ਨੇ ਬਿਸਤਰਾ ਦਿੱਤਾ, ਕਹਿੰਦੇ ਭਾਈ ਸਾਹਿਬ ਤੁਸੀਂ ਆਪਣਾ ਬਿਸਤਰਾ ਵੀ ਲੈ ਜਾਓ, ਆਪਣਾ ਮੰਜਾ ਵੀ ਲੈ ਜਾਓ, ਤੇ ਸਾਡੇ ਰਹਿਣ ਵਾਲੀ ਜਗ੍ਹਾ ਨਹੀਂ ਹੈ। ਤੇ ਇਸ਼ਨਾਨ ਕਰਕੇ ਚੌਕੜਾ ਮਾਰ ਕੇ ਬੈਠ ਗਏ। ਸੰਕਲਪ ਸੀ ਬਾਬਾ ਜੀ ਦਾ ਵੀ ਅਸੀਂ ਇੱਥੋਂ ਚਲੇ ਜਾਣਾ ਹੈ, ਸਾਡੇ ਰਹਿਣ ਵਾਲੀ ਜਗ੍ਹਾ ਨਹੀਂ, ਕਿਉਂਕਿ ਮਹਾਂਪੁਰਸ਼ਾਂ ਵਾਸਤੇ ਪਵਿੱਤਰ 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 ਪਨੀਤ, ਇਹਦਾ ਮਤਲਬ ਪਵਿੱਤਰ ਜਗ੍ਹਾ ਹੋਣੀ ਚਾਹੀਦੀ ਆ, ਸਰੀਰ ਦੀ ਪਵਿੱਤਰਤਾ ਹੋਣੀ ਚਾਹੀਦੀ ਆ और बाणी और शरीर क्रिया जो है वो पवित्र होनी चाहिए। तो फिर पुनीत
ਰਸਨਾ ਜਪਤੀ ਤੂੰ ਹੀ ਰਸਨਾ ਦੁਆਰਾ ਸਿਮਰਨ ਕੀਤਾ ਜਾਂਦਾ। ਤੋ ਮਹਾਂਪੁਰਸ਼ਾਂ ਨੇ ਕਹਿਣ ਲੱਗੇ ਸਾਡੇ ਰਹਿਣ ਵਾਲੀ ਜਗ੍ਹਾ ਨਹੀਂ, ਇੱਥੇ ਅਸੀਂ ਨਹੀਂ ਰਹਿਣਾ। ਤੋ ਪ੍ਰਾਤः ਕਾਲ ਇਹ ਸੰਕਲਪ ਕੀਤਾ, ਜਿਸ ਵੇਲੇ ਬਾਬਾ ਜੀ ਚੌਕੜਾ ਮਾਰ ਕੇ ਸਿਮਰਨ ਕਰਕੇ ਨਮਸਕਾਰ ਕਰਨ ਲੱਗੇ ਤਾਂ ਉਹਨਾਂ ਨੂੰ ਇੱਕ ਆਵਾਜ਼ ਆਈ, ਉਹਨਾਂ ਦਾ ਨਾਮ ਲਿਆ ਬਾਬਾ ਜੀ ਦਾ। ਬਾਬਾ ਜੀ ਨੇ ਸਾਨੂੰ ਖੁਦ ਦੱਸਿਆ, ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਨੇ, ਕਿ ਜਿਸ ਵੇਲੇ ਅਸੀਂ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਨਿਤਨੇਮ ਤੋਂ ਜੋ ਮੇਰਾ ਨਿਤਨੇਮ ਪੂਰਾ ਹੋਇਆ, ਮੈਂ ਨਮਸਕਾਰ ਕਰਕੇ ਅਰਦਾਸ ਕਰਕੇ ਉੱਠਣ ਲੱਗਿਆ, ਆਵਾਜ਼ ਆਈ ਕਿ ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਇੱਥੇ ਹੀ ਰਹਿਣਾ, ਇਹ ਤੁਹਾਡੇ ਵਾਸਤੇ ਜਗ੍ਹਾ ਆ, ਤੁਸੀਂ ਇੱਥੇ ਸੇਵਾ ਨਿਭਾਉਣੀ ਆ। ਤੇ ਬਾਬਾ ਜੀ ਨੇ ਆਸੇ ਪਾਸੇ ਦੇਖਿਆ, ਕੁਛ ਨਹੀਂ ਦਿਸਿਆ। ਦੁਬਾਰਾ ਫੇਰ ਕਹਿਣ ਲੱਗੇ, ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਇੱਥੇ ਰਹਿਣਾ, ਤੁਸੀਂ ਕਿਤੇ ਨਹੀਂ ਜਾਣਾ, ਇਹ ਤੁਹਾਡੇ ਵਾਸਤੇ ਆ, ਇੱਥੇ ਬੈਠੋਗੇ, ਇੱਥੇ ਰਹੋਗੇ, ਔਰ ਤੁਹਾਡੀ ਇਹ ਡਿਊਟੀ ਹੋਏਗੀ, ਤੁਸੀਂ ਇੱਥੇ ਰਹਿ ਕੇ ਸੇਵਾ ਨਿਭਾਉਣੀ ਆ। ਤੋ 9 ਨਿਧਾਂ 18 ਸਿੱਧਾਂ ਤੁਹਾਡੇ ਅੱਗੇ ਪਿੱਛੇ ਤੁਰੀਆਂ ਫਿਰਨਗੀਆਂ ਤੇ ਤੁਸੀਂ ਇੱਥੇ ਰਹਿਣਾ। ਤੋ ਬਾਬਾ ਜੀ ਨੇ ਜਿਸ ਵੇਲੇ ਆਸਾ ਪਾਸਾ ਦੇਖਿਆ, ਕਹਿੰਦੇ ਸਾਨੂੰ ਕੁਛ ਨਹੀਂ ਦਿਸਿਆ, ਪਰ ਅਸੀਂ ਨਮਸਕਾਰ ਕਰਕੇ ਉਸ ਵੇਲੇ ਬੈਠ ਗਏ। ਔਰ ਮੈਨੂੰ ਬਾਬਾ ਜੀ ਨੇ ਦੱਸਿਆ, ਜਿਸ ਵੇਲੇ ਜਾਣ ਤੋਂ 3 ਦਿਨ ਪਹਿਲਾਂ ਕਹਿਣ ਲੱਗੇ, ਬੇਟਾ ਮੈਂ ਤੈਨੂੰ ਇਹ ਗੱਲ ਦੱਸੀ ਨਹੀਂ, ਪਰ ਮੈਂ ਤੈਨੂੰ ਇਹ ਦੱਸ ਰਿਹਾ। ਉਹਨਾਂ ਨੇ ਮੈਨੂੰ ਕਈ ਗੱਲਾਂ ਦੱਸੀਆਂ ਕਿ ਇੱਥੇ ਇਸ ਤਰ੍ਹਾਂ ਇਸ ਸਥਾਨ ਦਾ ਉਹਨਾਂ ਨੇ ਦੇਖਿਆ, ਇੱਥੇ ਜੋਤਾਂ ਜਗਦੀਆਂ ਸੀ, ਜੋਤਾਂ ਆਉਣੀਆਂ। ਸਾਡੇ ਨਿਰਮਲ ਸਿੰਘ ਜੀ ਬੈਠੇ, ਇਹਨਾਂ ਦੇ ਪਿਤਾ ਜੀ ਨਿਰੰਜਨ ਸਿੰਘ ਜੀ ਗੁਰਦੁਆਰੇ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਬਣਾ ਕੇ ਕਹਿੰਦੇ ਅਸੀਂ ਆਏ, ਤਾਂ ਜਿਸ ਵੇਲੇ ਆ ਨਹਿਰ ਉਸ ਵੇਲੇ ਨਿਕਲੀ ਸੀ, ਤਾਂ ਨਹਿਰ ਦੇ ਪਿੱਛੇ ਸਾਨੂੰ ਉਹ ਲਾਈਟਾਂ ਦਿਸੀਆਂ। ਉਹ ਬਾਬਾ ਜੀ ਨੂੰ ਨਹੀਂ ਸੀ ਛੱਡਦੇ। ਨਿਰੰਜਨ ਸਿੰਘ ਜੀ ਇਹਨਾਂ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ ਦੇ, ਉਹ ਬਾਬਾ ਜੀ ਦੇ ਨਾਲ ਹੀ ਰਹਿੰਦੇ ਸੀ। ਜਦੋਂ ਕੰਮ ਖਤਮ ਹੋਣਾ, ਬਾਬਾ ਜੀ ਦੇ ਕੋਲ ਆ ਕੇ ਬਹਿ ਜਾਣਾ, ਬਾਬਾ ਜੀ ਦੇ ਨਾਲ ਰਹਿਣਾ, ਬਾਬਾ ਜੀ ਨੂੰ ਚਾਹ ਬਣਾ ਕੇ ਪਿਲਾਉਣੀ। ਇੱਕ ਵਾਰੀ ਬਾਬਾ ਜੀ ਦੇ ਸੱਟ ਲੱਗ ਗਈ, ਤੇ ਉਹ ਬਾਬਾ ਜੀ ਨੂੰ 1 ਦਿਨ ਨਹੀਂ, 2 ਦਿਨ ਨਹੀਂ, 21 ਦਿਨ ਬਾਬਾ ਜੀ ਦੇ ਕੋਲ ਰਹੇ। ਕਹਿੰਦੇ ਮੈਂ ਨਹੀਂ ਤੁਹਾਡੇ ਕੋਲੋਂ ਜਾਣਾ। ਬਾਬਾ ਜੀ ਦੇ ਗਿੱਟੇ ਦੇ ਸੱਟ ਲੱਗੀ ਤੇ ਬਾਬਾ ਜੀ ਦੇ ਕੋਲ ਰਹੇ, ਉਹਨਾਂ ਨੂੰ ਚੁੱਕ ਕੇ ਇੱਧਰ ਉੱਧਰ ਲਿਜਾਂਦੇ ਰਹੇ, ਉਹਨਾਂ ਦੀ ਕਿਰਿਆ ਕਰਾਉਂਦੇ ਰਹੇ। ਤੇ ਉਹਨਾਂ ਦਾ ਇੰਨਾ ਪਿਆਰ ਸੀ। ਜਿਸ ਵੇਲੇ ਉਹ ਬਾਬਾ ਜੀ ਕੀਰਤਨ ਕਰਕੇ ਰਾਤ ਨੂੰ ਆਏ, ਰਾਤ ਦਾ 1 ਵਜਾ ਆ, ਤਾਂ ਕਹਿਣ ਲੱਗੇ, ਬਾਬਾ ਜੀ ਮੈਂ ਤੁਹਾਡੇ ਕੋਲ ਹੀ ਉੱਥੇ ਹੀ ਚਲੇ ਜਾਣਾ, ਹੁਣ ਮੈਂ ਖੂਹ 'ਤੇ ਨਹੀਂ ਜਾਣਾ। ਤੇ ਖੂਹ ਵੀ ਨਾਲ ਹੀ ਆ, ਦੂਰ ਨਹੀਂ ਸੀ। ਜਿਸ ਵੇਲੇ ਉਹ ਪੁਲ ਦੇ ਕੋਲ ਕਹਿੰਦੇ ਆਏ, ਤੇ ਇੱਥੋਂ ਲਾਈਟਾਂ ਨਿਕਲੀਆਂ, ਲਾਈਟਾਂ ਅੱਗੇ ਚਲੇ ਗਈਆਂ। ਤੇ ਉਹ ਕਹਿਣ ਲੱਗੇ, ਬਾਬਾ ਜੀ ਆਹ ਲਾਈਟਾਂ ਰਾਤ ਨੂੰ ਘੁੰਮਦੀਆਂ। ਉਹ ਲਾਈਟਾਂ ਨਹੀਂ, ਉਹ ਆਤਮਾ ਘੁੰਮਦੀਆਂ ਰਾਤ ਨੂੰ। ਤਾਂ ਬਾਬਾ ਜੀ ਕਹਿਣ ਲੱਗੇ, ਅਸੀਂ ਤਾਂ ਇਹਨਾਂ ਨੂੰ ਦੇਖਣਾ, ਇਹ ਸਾਡੀ ਗੈਰ ਹਾਜ਼ਰੀ 'ਚ ਆਈਆਂ, ਇਹ ਕੌਣ ਆ, ਕਿੱਦਾਂ ਆਪਾਂ ਤਾਂ ਕੋਲ ਦੇਖਣਾ। ਜਿੱਦਾਂ ਜਿੱਦਾਂ ਉਹ ਪੈਰ ਬਾਬਾ ਜੀ ਅੱਗੇ ਆ ਰਹੇ ਆ, ਤਾਂ ਉਹ ਜੋਤਾਂ ਅੱਗੇ ਜਾ ਰਹੀਆਂ। ਕਹਿੰਦੇ ਅਸੀਂ ਉਹ ਤੱਕ ਗਏ, ਅੱਗੇ ਜਾਂਦੀਆਂ ਰਹੀਆਂ, ਪਿੱਛੇ ਜਗ੍ਹਾ ਇੱਕ ਹੋਰ ਆ ਪੀਰ ਬੁਲੰਦੀ, ਉੱਥੋਂ ਤੱਕ ਗਏ। ਕਹਿੰਦੇ ਉਹ ਅੱਗੇ ਚਲੇ ਗਈਆਂ, ਪਰ ਆਵਾਜ਼ ਆ ਰਹੀ ਆ, ਲਾਈਟਾਂ ਦਿਸ ਰਹੀਆਂ, ਨਜ਼ਦੀਕ ਨਹੀਂ ਆਈਆਂ। ਕਹਿਣ ਲੱਗੇ, ਬਾਬਾ ਜੀ ਜਿੱਦਾਂ ਆਪਾਂ ਅੱਗੇ ਵਧਾਂਗੇ ਹੋਰ ਅੱਗੇ ਚਲੇ ਜਾਣਗੀਆਂ, ਇਹ ਸਾਨੂੰ ਨਹੀਂ ਦਿਸਣਗੀਆਂ। ਅਸੀਂ ਕਈ ਵਾਰੀ ਦਰਸ਼ਨ ਕੀਤੇ ਆ, ਤੇ ਤੁਸੀਂ ਵੀ ਅੱਜ ਪਹਿਲੀ ਵਾਰੀ ਦਰਸ਼ਨ ਕੀਤੇ ਆ। ਤਾਂ ਬਾਬਾ ਜੀ ਕਹਿੰਦੇ ਇਹ ਆਪਣੇ ਲਾਗੇ ਨਹੀਂ ਆਉਣਗੀਆਂ। ਕਹਿੰਦੇ ਨਹੀਂ, ਲਾਗੇ ਨਹੀਂ ਆਉਣਾ, ਤੁਹਾਡੇ ਲਾਗੇ ਨਹੀਂ ਨਾ ਆਉਣਾ, ਅਸੀਂ ਦਰਸ਼ਨ ਕਰਦੇ ਰਹੇ ਆ। ਤੇ ਉਸ ਵੇਲੇ ਇੱਥੇ ਆਤਮਾਵਾਂ ਘੁੰਮਦੀਆਂ ਸੀ, ਪਤਾ ਨਹੀਂ ਕੀ ਕੀ ਘੁੰਮਦਾ ਸੀ। ਤਾਂ ਬਾਬਾ ਜੀ ਨੇ ਇੱਥੇ ਆਸਣ ਲਗਾ ਲਿਆ। ਕਹਿਣ ਲੱਗੇ ਅਸੀਂ ਸਾਰਾ ਕੁਝ ਦੇਖਿਆ। ਇੱਕ ਵਾਰ ਕੋਈ ਸ਼ਰਾਬ ਪੀ ਕੇ ਇੱਥੇ ਆ ਗਿਆ, ਉਹ ਜਾ ਰਿਹਾ ਸੀ, ਇੱਥੇ ਉਹਦੇ ਪਰਿਵਾਰ ਸੀ, ਵਿਆਹਿਆ ਹੋਇਆ ਸੀ ਸਾਡੇ ਪਿੰਡ ਰਾਏਪੁਰ। ਇੱਧਰੋਂ ਆਇਆ, ਮੇਰਾ ਖਿਆਲ ਨਿਰਮਲ ਸਿੰਘ ਜੀ ਨੂੰ ਪਤਾ, ਇਹਨਾਂ ਦੇ ਘਰ ਦੇ ਲਾਗੇ ਘਰ ਹੁੰਦਾ ਸੀ ਉਹਨਾਂ ਦਾ। ਉਹ ਜਿਸ ਵੇਲੇ ਅੱਗਿਓਂ ਇੱਧਰੋਂ ਆਇਆ, ਆ ਕੇ ਤੇ ਪਿੱਛੇ ਨਸ਼ਾ ਕਰ ਲਿਆ, ਬਾਥਰੂਮ ਕਰਿਆ ਆ, ਉੱਦਾਂ ਹੀ ਮੱਥਾ ਟੇਕਣ ਇੱਥੇ ਆ ਗਿਆ। ਜਿਸ ਵੇਲੇ ਮੱਥਾ ਟੇਕਿਆ, ਮੱਥਾ ਤਾਂ ਹੁਣ ਟੇਕ ਲਿਆ, ਪਰ ਫੇਰ ਨਹੀਂ ਉਹਨੂੰ ਪਤਾ ਕੀ ਹੋਇਆ। ਇਹ ਸਾਰੇ ਖੇਤ ਵਾਹੇ ਹੋਏ ਸੀਗੇ, ਉਹਦਾ ਰੌਲਾ ਪੈਂਦਾ ਪਿੰਡ ਤੱਕ ਸੁਣਦਾ ਸੀ ਵੀ ਮੈਨੂੰ ਛਡਾ ਲਓ, ਮੈਨੂੰ ਬਚਾ ਲਓ ਕਿਸ ਤਰ੍ਹਾਂ। ਤੇ ਸਿਆੜ ਜਿਸ ਤਰ੍ਹਾਂ ਹਲ ਚੱਲਦਾ, ਉਸ ਤਰ੍ਹਾਂ ਦਾ ਸਿਰ ਦੇ ਨਾਲ ਉਹ ਸਿਆੜ ਨਿਕਲਦੇ ਸੀ ਸਿਰ ਦੇ ਨਾਲ। ਇੰਨੀ ਉਹਨੂੰ ਆਵਾਜ਼ ਉਹਨੂੰ ਦੂਰੋਂ ਤੱਕ ਵੀ ਮੈਨੂੰ ਬਚਾ ਲਓ ਕਿਸ ਤਰ੍ਹਾਂ। ਤੋ ਸਾਰੇ ਪਿੰਡ ਦੇ ਨਗਰ ਦੇ ਇਕੱਠੇ ਹੋਏ, ਬਾਬਾ ਜੀ ਆਏ। ਕਹਿਣ ਲੱਗੇ ਕੀ ਹੋਇਆ? ਕਹਿੰਦੇ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ। ਕੀ ਹੋਇਆ? ਕਹਿਣ ਲੱਗੇ ਮੇਰੇ ਤੋਂ ਮੱਥਾ ਟੇਕੋ। ਕਹਿੰਦੇ ਮੱਥਾ ਟੇਕਣਾ ਕੋਈ ਗੁਨਾਹ ਥੋੜ੍ਹੀ ਆ। ਕਹਿੰਦੇ ਨਹੀਂ, ਨਸ਼ਾ ਪੀ ਕੇ ਮੈਂ ਨਸ਼ਾ ਪੀਤਾ ਹੋਇਆ ਸੀ, ਮੈਂ ਬਾਥਰੂਮ ਕਰਕੇ ਆਇਆ, ਮੈਂ ਹੱਥ ਨਹੀਂ ਸਾਫ਼ ਕੀਤੇ, ਤਾਂ ਮੈਂ ਜੋੜੇ ਸਣੇ ਚਲੇ ਗਿਆ ਮੱਥਾ ਟੇਕਣ। ਕਈ ਵਾਰੀ ਪਤਾ ਨਹੀਂ ਲੱਗਦਾ, ਉਹ ਜੋੜਾ ਪਾਇਆ ਹੋਵੇ ਤਾਂ ਪਤਾ ਨਹੀਂ ਲੱਗਦਾ, ਦਿਮਾਗ ਖਿਲਿਆ ਹੁੰਦਾ। ਕਿਉਂਕਿ ਜਿਹੜੇ ਨਸ਼ਾ ਪੀਂਦੇ ਨਾ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਆਪਣੀ ਲੋਰ ਦੇ ਵਿੱਚ ਹੁੰਦੇ, ਆਪਣੀ ਸੋਚ ਦੇ ਵਿੱਚ ਹੁੰਦੇ ਆ।
तो उन्होंने उस वेले उदां की होश नहीं होंदी। तो वो चले गए, जिसमें मत्था टेकिया तो उन्होंने इस तरह अपने हत्थों से चुक के लै गए इधर नूं। आ नाल ही खेत सगे, इन्हों पता बैठे आ, इन्होंने देखा तो बाबा जी ने नमस्कार की, अरदास की कि महाराज जे बच्चे ने भुल कर दी तो कृपा कर दो, बख्श दो, तुसीं बख्शणहारे हो। तो बाबा जी कहते मैं अरदास की तो फिर उन्होंने छड्डिया। साडे अक्षर सिंह जी सगे रायपुर, उन्हों का प्राहुणा इत्थे इन्हां दे पार्टी सी ते कोई अपने सारे इकट्ठे होए तो आ गया इत्थे। इत्थे आके बाबा जी के चरणों 'च बेनती की। बाबा जी भी उन्हें बहुत प्यार करते सी। कहने लगे बेटा आ गया, कहते हाँ जी मैं मेरे दिल च आया मैं पहले मत्था टेक के जावां। कई लोगों को बड़ी शरधा होंदी सी, सारे लोग हाज़री भरते सी। तो जिस वेले इत्थे नमस्कार करके तो कहने लगा बाबा जी मैं आप जी नूं एक बेनती करनी आ। बाबा जी कहने लगे की? कहते जी मेरी शराब छड़ा दो, मेरी शराब बहुत माड़ी है। तो बाबा जी कहते शराब तो तू ही पीनी शुरू की, तू ही मत्था टेक, क्योंकि मैं थोड़ी तेनों कहा भी तू शराब पी, तू शुरू की, तू ही मत्था टेक। तो इत्थे बाबा जी के चरणों च उन्होंने नमस्कार की करके जिस वेले पिंड चले गया, पिंड जाके उत्थे प्रोग्राम सीगा तो उन्होंने मोहरे उस तरह का प्रोग्राम रखा होया सी। इत्थे मत्था टेक के गया भी मैं शराब छड़ देनी अज तो बाद पीनी नहीं, पर उत्थे जाके पी लई। मोहरे छप्पड़ कोई 20 फुट डूंगा, 20-25 फुट डूंगा। उधर बाहर निकलिया, नशा पी के चुक के बिच मारिया छप्पड़ दे, तो बिचों नहीं निकल रहा। गोते भी आ गए, 2 कोदा भी 2 नट के लोगों ने उन्होंने चुक्या, बिचों कढ़िया। तो परिवार सारा बाबा जी के कोल आया, कह लगे महाराज इस तरह साढ़े प्राहुणा, कहते साढ़े कोल हो के गया सवेरे, कहते बस जी तो गलती हो गई तो अरदास कर दो। बाबा जी कहते की अरदास करिए? कहते उन्होंने इस तरह बोल नहीं रहा तो सानू बड़ी परेशानी हुई आ। साडा प्राहुणा आ वो इत्थे मिलण वास्ते आया सी, बच्चों ने उन्होंने नशा पड़ाता तो वो इस तरह होया। तो बाबा जी कहने लगे कोई नहीं असी अरदास करते हैं। तो कई गल्लां इदां दियां बाबा जी ने सानू दसियां। तो उस समय बाबा जी इस स्थान पर सेवा निभाई और कहन लगे मैं सेवा निभा चलिया, हुण 2 दिनों तो बाद असीं चले जाना, मैं लेखा दे दिता, हुण तेनू लेखा देना पवेगा, तेनू सारी सेवा निभानी पवेगी। तो तू तन मन धन करके प्यार नाल गुरु महाराज के चरणों के गुरु ग्रंथ साहिब महाराज के चरणों में रहना तो आ सेवा करनी आ। तो अज गुरु की कृपा, गुरु महाराज की जे को बचन कमावे संतन का सो पार ग्रामी थिया, संतन बिन अवर ना दाता बिया। संतां तो बिना होर कौन कृपा कर सकता साडे ते? संत महापुरुष है जिहड़े कृपा करते, जिन्हां दे अंदर दर्द आ, जिन्हां दे अंदर प्यार आ, जिन्हां दे अंदर दूसरिਆਂ ਦਾ दर्द आ, जिहड़े दूसरिਆਂ ਲਈ अपने अपने तड़फदे भी कि इहनूं किस तरह आराम आ जाए। मैं देखिया कोई परेशानी हो जानी तो बाबा जी ने तड़फना, कहना ठीक हो जाए किस तरह, अपनी परवाह नहीं पर दूसरिਆਂ ਲਈ दिन पर रात उन्होंने बार दिता। इंग्लैंड गए, संगतां ने उन्होंने पौंड रख के मत्था टेकना तो बाबा जी ने जिस वेले कथा करनी गुरुद्वारे या घरां दे विच उद्दां ही माया छड्ड के आ जाना। जिस वेले माया छड्ड के आउंदे रहे, कई बारी तो उन्होंने नाल सेवादार भी उद्दां दे हुंदे सी, कहंदे महाराज ये मत्थे लोकां नूं थोड़ी टेकदे आ, लोग ये तां तुहानूं टेकदे आ। फिर कहंदे की गल? कहंदे तुसीं माया को छड्ड के जांदे आ। कहंदे की करिए, की करनी माया? कहते महाराज भी माया तुहानूं मत्था टेकदे, तुसीं सानूं भी नहीं चक्कण दिंदे, आप भी नहीं चकदे, तो लोकी चक के लै जांदे, गुरुद्वारे अपने गोलकां 'च पा लैंदे आ। जिहड़े घरां वाले हुंदे वो अपने उत्थे आए हुंदे गुरुद्वारे दे इधर उधर वो भी चक के लै जांदे आ, ते तुसीं क्यों नहीं चकदे, तुसीं क्यों नहीं चक्कण दिंदे? तो बाबा जी कहण लगे सानूं खर्चे ही कोई नहीं, सानूं माया की लोड़ ही नहीं। तो बाबा जी ने 22 साल तक बोरी पहनी और बोरी पहन के 22 साल तक पैसे नूं हत्थ नहीं लाया, भिक्षा मंग के खाधी, रोटी मंग के खाधी। तो जिस वेले कहने लगे सानू जरूरत नहीं, और गुरु ग्रंथ साहिब महाराज का पूर्ण उन्होंने सत्कार और पूर्ण ज्ञान उनके अंदर, तो उन्होंने प्रमाण दिते, कहते की करना इन्हां चीज़ों को, की करना ये माया जिहड़ी है बाबा माया साथ ना होए। कीचे नेक नामी जो देवे खुदाए, जो दिसे जमी पर सोहोसी फनाए, दाइम बदौलत कशे बेशुमार, न रहेंगे करोड़ी न रहेंगे हज़ार। दमड़ा तिसी का जो खर्चे अर खाए, देवे दिलावे रजावे खुदाए, होता ना राखे अकेला ना खाए, तहकीक दिलदानी वही पिस जाए। कीजिए तवाजा न कीजिए गवान, न रहसी दीवान, हस्सी व घोड़े व लश्कर 1000,
होवेंगे घर किश लागे ना बार, दुनिया का दीवाना कहे मुल्क मेरा, आई मौत सिर पर ना तेरा ना मेरा। आ मौत आ गई, घरदिਆਂ नहीं संभालिया उन्होंने, जिन्हों की मौत आई ना घरदिਆਂ नहीं संभालिया। असी एक महापुरुषों के दर्शन करन गए, वो पूरे हो गए हॉस्पिटल में। असी उन्होंने पता किया भी कित्थे गा, कहते जी इत्थों हजे 40 किलोमीटर पिछे आ। असी कहा जे 40 किलोमीटर कदों पहुँचणगे। चलो एक महापुरुषों को टैलीफोन किया रास्ते में, असी कहा तुम चाह का कप बनाओ, अज तुहाडे नाल दर्शन करके जाने, नाले चाह पी के जाने। अजे असी पिछे ही सगे, वो कहते वह पहुँच भी गए आ। असी कहा चलो अजे उन्होंने परिक्रमा करनी आ, 100 क्रिया होंगी, संगत को दर्शन करने आ, तो घंटा 1.5 घंटा लगना, उत्थे जा करना की आ, मत्था टेक लवांगे। वो उन्होंने मैंने टैलीफोन किया, कहते महाराज वो तो उन्होंने संस्कार भी करना शुरू कर दिता, तुसीं कित्थे आ। असी दौड़े फटाफट, ना किसी को दर्शन कराए, ना किसी को दिखाया, एकदम चिखा दे विच उन्होंने उस वेले अगन भेंट कर दिता। जिहड़े प्यारे सी लोग, जिहड़े कहते सी असीं सतगुरां तो बिना रह नहीं सकते, वो दर्शन नहीं कर सके, ना कीते। वो कहते जे तुसीं कर लिया शायद तुहानूं कोरोना हो जाना। इन्ना डर पै गया। माता पिता भैन भाई, अज वो पंक्तियां सिद्ध हो रही, जनन पिता लोक सुत बनता। जननी नाम हैगा इस्त्री का, जनन पिता पिता लोक, आसे पासे जिन्ना साडा प्यार आ सारिਆਂ ਦੇ नाल, जनन पिता लोक सुत बनता। सुत नाम पुत्र का, बनता नाम इस्त्री का। तो महाराज कहते सारे ही जनन पिता लोक सुत बनता, कोई ना किसकी धरिया। कहते साडा है ही नहीं, इनू बारों बारी लै जाओ। किसी को दफनाता, किसी को पानी च रोड़ दिता, किसी को अगन भेंट कर दिता। इन्ना डर कि असीं देखीए ना, डिच्चां दे नाल, आ डिच्चां दे नाल चुक चुक के लैके गए शरीर अपने परिवार के सामने। ये हालात हो गए। तो गुरु पातशाह जी कहते कि आई मौत सिर पर, ना तेरा ना मेरा। जदों मौत आई, ना तेरा ना मेरा, कहते फटाफट लै जाओ। गुरु तेग बहादुर महाराज जी साडे ते किरपा करते आ। उन्होंने अपनी बाणी विच लिखिया, प्रीतम जान लिहो मन माही, अपने सुख से ही सब जग बांध्यो, को काहू को नाही। सुख में आन बहुत मिल बैठत, रहत चाहो दस घेरे, विपत परी सब ही संग छाड़त, को ना आवत नेरे। कोई नहीं नेड़े आउंदा। कदों? घर की नार बहुत इस जान से रह सदा संग लागी, जब ही हंस तजीए काया, प्रेत प्रेत कर भागी। जेड़े कहते एक सकेंट नहीं रह सकते, उन्हों का पता करो कित्थे आ। वो कहते अज कहते प्रेत प्रेत कर भागी, घर की नार बहुत इत जास्यों ता प्रेत प्रेत कर भागी। हाँ, घर की नार बहुत हित जास्यों रहत सदा संग लागी, जब ही हंस तजिए काया, प्रेत प्रेत कर भागी। ये विद को व्यवहार बन्यो है, जहाँ से नेहो लगायो, अंत बार नानक बिन हर जी को काम ना आयो। उस वेले भावें प्रॉपर्टियां माया पदार्थ रख दियो, कोई नहीं लागे आउंदा। तो गुरु पातशाह जी कहते आई मौत सिर पर, ना तेरा ना मेरा। कीती गई देख बाजे बजाए, वही एक रहसी जो साचा खुदाए। आया अकेला अकेला चलाया, चलते वक्त कोई काम ना आया। लेखा मगीजे क्या दीजिए जवाब, तौबा पुकारे तो पावे अजाब। दुनिया का दीवाना कहे मुल्क मेरा, आई मौत सिर पर, ना तेरा ना मेरा। तो बाबा जी कहन लगे कि इत्थे कोई नहीं है। गुरु महाराज के चरणों के रह के बंदगी करनी, नाम जपना और गुरु चरणों नाल जुड़ के रहना। असी चले जाना, ये मगरों सारी सेवा संभालनी आ। अज हॉस्पिटल बने आ, और बाबा जी इंग्लैंड जिस वेले गए, वो माया लोगों ने अपने चक चुक के लै जानी। तो सेवादार साढ़े बहुत जोड़े इंग्लैंड भी है ना, कई बार सेवादार बहुत होर तरह के आ। वो बाबा जी भी गुस्से हो गए, कहते बाबा जी असीं तुहाडे नाल ही नहीं जाना। बाबा जी कहन लगे क्यों नहीं जाना, सानूं तो इत्थे दा पता ही नहीं किधर नूं जाना, किद्दां जाना। कहते तुसीं तां असीं तां जाईदा बाबा जी नाल 4 पैसे लैके आवांगे, तो कोई ना कोई इंडिया में जाके प्रोजैक्ट खड़ा करांगे, तुसीं तां 1 पैसा भी नहीं रखते। तो बाबा जी कहन लगे भी तुसीं फिर इकट्ठा कर लिया करो। वो फिर इकट्ठा करना शुरू करता, तो फिर जो इकट्ठे हो गए ना, तो बाबा जी कहन लगे पैसे तो इकट्ठे कर लग पे, की करना। कहते महाराज भी उत्थे एक कोई डिस्पेंसरी बना दिओ। तो बाबा जी ने गुरु हरराज साहब जी के नाम से पहला डिस्पेंसरी बनाई पिंड दे विच 1 एकड़ लैके।
1 एकड़ जगह लैके पंचायत की शामलाट ਉਹਦਾ बागला करके तो उस भाई बचित्र सिंह जी ने 3 वारी बागला किया उस जगह का। तो बागला करके बाबा जी कहन लगे कि आप इत्थे हॉस्पिटल बनाने आ, इधरों कोई बाहरों जो आया करूगा या पिंडों निकलद्या सार इत्थे अपना कोई इलाज कराएगा, उन्होंने टोलना ना पवेगा कि कित्थे आ हॉस्पिटल कित्थे आ। तो बाबा जी ने वो डिस्पेंसरी बनाई। फिर उन्होंने प्राइमरी हैल्थ सेंटर वास्ते चंडीगढ़ दिल्ली सारे गए कि ये प्राइमरी हैल्थ सेंटर बन जाए। जदों प्राइमरी हैल्थ सेंटर बन गया तो बाबा जी कहन लगे बेटा भी मेरी तो सेहत खराब आ, मेरे तो ये नहीं चलना, ये तू सरकार नूं दे दे। तो पंजाब सेहत विभाग नूं असीं 1 एकड़ जगह ते नाल थोड़े पैसे जमा कराए तो फिर उन्होंने गौरमेंट नूं ये दिता। तो मेरे मन से मैं कहा बाबा जी का संकल्प ही हॉस्पिटल चलाउणा, असीं इत्थे जगह लैके उन्हां दे नाम ते वो हॉस्पिटल अज बाबा जी की किरपा दे नाल चल रहा और स्कूल चल रहा। CBSE जिहड़े बड़े बड़े अरबापति लोग है ना उन्हां दे कोल हॉस्पिटल है, जिहड़े तुहाडे कोल है, जिहड़ा तुहाडे कोल स्कूल है ना महापुरुषों के कोल स्कूल आ वो CBSE आ, जिहड़े अरबापति लोग आ उन्हां दे कोल स्कूल की मानता प्राप्त है दिल्ली तो। अज वो विद्या जो है साडा समाज साडे बच्चे वो लै रहे आ। ये किरपा किहनां दी? महापुरुषों की, इस स्थान की किरपा, बाबा जी की किरपा। तो अज गुरु महाराज की किरपा के नाल ये सालाना मेला जो है वो असी हर साल गुरु महाराज की किरपा के नाल इस इलाके के लोग नहीं बाहरों लोग अपने पशु पक्षी लिया के जिसले पैड़ च खड़े कर देंगे सीगे तो वो सारे ठीक हो जाते थे। हाज़री भरन वास्ते अपने पशुओं नूं अपने पक्षियों नूं अपने जानवरों नूं लिया के इत्थे हाज़री भरते सी तो सारे ठीक हो जाते सी। असीं अखीं देखे आ गड्डियां ते लैके आउंदे हुंदे सी ते तुर के जाण दिंदे सी वो। तो इस तरह दी महाराज दी इत्थों आशीर्वादां आ जिन्हां लोगों ने असीसां लईआं उन्हां ते किरपा हो गई। अज गुरु महाराज की किरपा के नाल असीं इस बीमारी के कारण इस परेशानी के कारण किसी संगत नूं बुला नहीं सके और ना ही अरेंजमेंट कर सके आ, ना ही तुहाडी सेवा विच असीं कोई सेवा निभा सके आ। तुसीं सारिਆਂ ने सानूं खिमा करना और गुरु पातशाह के चरणों च तुहानूं तुहाडे लई अरदास जरूर करांगे तो गुरु पातशाह आप सब नूं तंदुरुस्ती बख्श करे। सब तो वड्डी अरदास और सब तो वड्डी दात वो आ कि जिहड़ी तुहाडे लई असीं अरदास करनी आ जां तुसीं किसी लई अरदास करनी आ, ये बहुत वड्डी दात आ, ये बहुत वड्डा पदार्थ आ। तो तुसीं सारिਆਂ ने इहो ही अरदास करनी आ, पातशाह किरपा करो तीने ताप निवारण हारा दुख हंता सुखरास ताको बिघन न कोऊ लागे जां की प्रभ आगे अरदास। किरपा करनी आ, रहमतां बख्श करनी आ।